ਦੋਸਤੋ ਵੇਲੇ ਦੀ ਗੱਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਨਰਿੰਦਰ ਸਿੰਘ। ਅਸੀਂ ਵੀ ਕਈ ਦਿਨਾਂ ਤੋਂ ਕਿਸਾਨੀ ਮੁੱਦੇ 'ਤੇ ਗੱਲ ਕਰ ਰਹੇ ਹਾਂ ਅਤੇ ਇਹ ਉਦੋਂ ਤੱਕ ਚੱਲਦੀ ਰਹੂਗੀ ਜਦ ਤੱਕ ਸੰਘਰਸ਼ ਚੱਲ ਰਿਹਾ। ਅੱਜ ਫਿਰ ਅਸੀਂ ਇਸ 'ਤੇ ਗੱਲ ਕਰਨ ਲਈ ਸਾਡੇ ਨਾਲ ਮਹਿਮਾਨ ਨੇ ਚਰਨਜੀਤ ਭੁੱਲਰ ਜੀ। ਭੁੱਲਰ ਸਾਹਿਬ, ਤੁਹਾਡਾ ਸਵਾਗਤ। ਮਿਹਰਬਾਨੀ ਨਰਿੰਦਰ। ਭੁੱਲਰ ਸਾਹਿਬ, ਇਹ ਦੱਸੋ ਵੀ ਇਸ ਵੇਲੇ ਬੜਾ ਅਹਿਮ ਮੋੜ 'ਤੇ ਆ ਗਈ ਹੈ ਗੱਲਬਾਤ, ਕਿਸਾਨਾਂ ਦਾ ਸੰਘਰਸ਼ ਵੀ, ਅਤੇ ਇਸ ਵੇਲੇ ਸਥਿਤੀ ਕੀ ਹੈ? ਨਰਿੰਦਰ, ਇਹ ਹੈ ਕਿ ਜਿਹੜਾ ਤਕਰੀਬਨ 1 ਅਕਤੂਬਰ ਤੋਂ ਅੰਦੋਲਨ ਚੱਲਿਆ ਸੀਗਾ ਖੇਤੀ ਕਾਨੂੰਨਾਂ ਨੂੰ ਲੈ ਕੇ, ਉਹ ਇਸ ਵੇਲੇ ਬਿਲਕੁਲ ਕਲਾਈਮੈਕਸ 'ਤੇ ਜਿਹੜਾ ਪਹੁੰਚਿਆ ਹੋਇਆ, ਜਿਸ ਕਰਕੇ ਇਕੱਲੇ ਹਿੰਦੁਸਤਾਨ ਦੀ ਨਹੀਂ ਬਲਕਿ ਜਿਹੜੇ ਪੂਰੇ ਵਿਸ਼ਵ ਦੀਆਂ ਨਜ਼ਰਾਂ ਜਿਹੜੀਆਂ ਉਹ ਇਸ ਘੋਲ ਦੇ ਉੱਪਰ ਲੱਗੀਆਂ ਹੋਈਆਂ ਨੇ। ਸਾਡੀ ਸੈਂਟਰ ਗੌਰਮੈਂਟ ਜਿਸ ਨੇ ਇਹ ਕਾਨੂੰਨ ਭਾਰਤ ਸਰਕਾਰ ਨੇ ਲਿਆਂਦੇ ਸੀ, ਉਹ ਵੀ ਇਸ ਵੇਲੇ ਜਿਹੜੀ ਡਿਫੈਂਸਿਵ ਮੋਡ ਦੇ ਵਿੱਚ ਆਈ ਹੋਈ ਹੈ। ਆਪਾਂ ਇਹ ਕਹਿ ਲਈਏ ਕਿ ਬੜੀ ਕਸੂਤੀ ਸਥਿਤੀ ਦੇ ਵਿੱਚ ਫਸੀ ਹੋਈ ਹੈ ਇਸ ਵੇਲੇ, ਔਰ ਜਿਹੜਾ ਕਿਸਾਨਾਂ ਦਾ ਇਸ ਵੇਲੇ ਅਪਰ ਹੈਂਡ ਹੈ ਅਤੇ ਕਿਸਾਨਾਂ ਵੱਲੋਂ ਜਿਹੜਾ ਸੱਚ ਬਿਆਨ ਕੀਤਾ ਜਾ ਰਿਹਾ ਸੀ ਉਹਦਾ ਇੱਕ ਸਿਖਰ ਹੈ। ਹੁਣ ਦੇਖਿਆ ਜਾਵੇ ਤਾਂ ਨਰਿੰਦਰ, ਇਹ ਹੈਗਾ ਕਿ ਸੈਂਟਰ ਕੋਲ ਇੱਕ ਪਾਸੇ ਤਾਂ ਅਵਾਨੀ ਅਡਾਨੀ ਜਾਂ ਕਾਰਪੋਰੇਟ ਘਰਾਣੇ ਖੜੇ ਨੇ ਅਤੇ ਦੂਸਰੀ ਤਰਫ ਜਿਹੜੇ ਹੈਗਾ ਉਹ ਕਿਸਾਨ ਖੜਾ ਹੈ। ਸੈਂਟਰ ਐਨ ਵਿਚਕਾਰ ਖੜਾ ਹੈ। ਹੁਣ ਇਹ ਦੇਖਣਾ ਸੈਂਟਰ ਨੇ ਹੈ ਕਿ ਉਸਨੇ ਅੰਨਦਾਤਾ ਦੀ ਬਾਂਹ ਫੜਨੀ ਹੈ ਜਾਂ ਉਸਨੇ ਧਨਦਾਤਾ ਦੀ ਬਾਂਹ ਫੜਨੀ ਹੈ। ਹੁਣ ਤੱਕ ਦਾ ਜਿਹੜਾ ਹਿਸਟੋਰਿਕ ਰਿਹਾ ਹੈ ਇਹਨਾਂ ਕਾਨੂੰਨਾਂ ਪਿੱਛੇ ਗੱਲਬਾਤ, ਉਸ ਤੋਂ ਤਾਂ ਇਹ ਲੱਗਿਆ ਕਿ ਸਭ ਕੁਛ ਧਨਦਾਤਾ ਲਈ ਜਿਹੜੀ ਹੈ ਸਾਡੀ ਸੈਂਟਰ ਦੀ ਗੌਰਮੈਂਟ ਕਰਨ ਦੇ ਵਿੱਚ ਜੁਟੀ ਹੋਈ ਸੀਗੀ। ਇਹ ਕਹਿ ਸਕਦੇ ਵੀ ਸਰਕਾਰ ਦੇ ਦੋ ਕਿਸ਼ਤੀਆਂ 'ਤੇ ਪੈਰ ਆ ਗਏ ਹੁਣ। ਬਿਲਕੁਲ ਬਿਲਕੁਲ। ਤੇ ਦੋ ਕਿਸ਼ਤੀਆਂ ਦਾ ਕੀ ਹਾਲ ਹੁੰਦਾ ਤੁਹਾਨੂੰ ਪਤਾ ਹੀ ਆ। ਹਾਂਜੀ, ਉਹ ਕਦੇ ਵੀ ਜਿਹੜਾ ਹੈਗਾ ਉਹ ਸਿਰੇ ਨਹੀਂ ਲੱਗਦਾ ਅਤੇ ਉਹ ਡਿੱਗਦਾ ਹੀ ਹੈਗਾ ਜੀ। ਅਤੇ ਇਸ ਤਰ੍ਹਾਂ ਦੀ ਪੋਜੀਸ਼ਨ ਜਿਹੜੀ ਸਾਡੀ ਸੈਂਟਰ ਗੌਰਮੈਂਟ ਦੀ, ਜਿਸ ਤਰ੍ਹਾਂ ਤੁਸੀਂ ਕਿਹਾ ਹੈਗਾ, ਬਣੀ ਹੋਈ ਹੈ, ਵੀ ਫਸੀ ਹੋਈ ਹੈ ਪੂਰੀ ਤਰ੍ਹਾਂ। ਅਸਲ 'ਚ ਇਹ ਸੀ ਕਿ ਕੋਵਿਡ ਦੇ ਟਾਈਮ ਤੋਂ ਹੀ ਇਹਨਾਂ ਦੀ ਨੀਅਤ ਜਿਹੜੀ ਹੈਗੀ ਹੈ ਉਹ ਮਾੜੀ ਹੋ ਗਈ ਸੀ, ਕਿਉਂਕਿ ਕਾਰਪੋਰੇਟਸ ਨੂੰ ਲੱਗਦਾ ਸੀਗਾ ਕਿ ਹੁਣ ਸਾਡੇ ਕੋਲ ਜਿਹੜੇ ਐਗਰੀਕਲਚਰ ਸੈਕਟਰ ਹੈ ਕਿ ਜਿਹੜਾ ਖਾਲੀ ਮੈਦਾਨ ਪਿਆ ਹੈ, ਜਿੱਥੋਂ ਅਸੀਂ ਕਾਫੀ ਜਿਹੜੀ ਹੈਗੀ ਹੈ ਖੱਟੀ ਖਾ ਸਕਦੇ ਹਾਂ। ਤਾਂ ਇਹ ਤਿੰਨੇ ਕਾਨੂੰਨ ਜਿਹੜੇ ਕਿਸਾਨਾਂ ਦੀ ਪੈਦਾਵਾਰ ਨਾਲ, ਵਪਾਰ ਨਾਲ ਔਰ ਭੰਡਾਰ ਨਾਲ, ਤਿੰਨੇ ਕਾਨੂੰਨ ਜੁੜੇ ਹੋਏ ਨੇ ਅਤੇ ਤਿੰਨਾਂ 'ਤੇ ਹੀ ਸਾਡੀ ਜਿਹੜੀ ਭਾਰਤ ਸਰਕਾਰ ਹੈ ਉਹ ਕਾਰਪੋਰੇਟਸ ਨੂੰ ਉਹਦਾ ਜਿਹੜਾ ਕਬਜ਼ਾ ਕਰਾਉਣਾ ਚਾਹੁੰਦੀ ਸੀ, ਜਾਂ ਖੇਤੀ ਨੂੰ ਉਹਦੇ ਹਵਾਲੇ ਕਰਨਾ ਚਾਹੁੰਦੀ ਸੀ, ਜਾਂ ਆਪਾਂ ਇਹ ਕਹਿ ਲਈਏ ਕਿ ਜਿਹੜਾ ਖੇਤੀ ਵਾਲਾ ਬੂਹਾ ਹੈ, ਦਰਵਾਜ਼ਾ ਹੈ, ਉਹ ਕਾਰਪੋਰੇਟਸ ਲਈ ਖੋਲ੍ਹਣਾ ਚਾਹੁੰਦੀ ਸੀਗੀ। ਅਤੇ ਇਹ ਗੱਲ ਹੈ ਜਿਹੜੀ ਉਹ ਕਿਸਾਨਾਂ ਨੂੰ ਕਿਸੇ ਹੱਦ ਤੱਕ ਵੀ ਇਹ ਬਾਰਾ ਨਹੀਂ ਖਾਂਦੀ। ਇਸੇ ਕਰਕੇ ਇਹ ਜਿਹੜਾ ਘੋਲ ਹੈ ਉਹ ਇੰਨੀ ਤਾਕਤ ਹੈ ਜਿਹੜਾ ਇੰਟਰਨੈਸ਼ਨਲ ਲੈਵਲ 'ਤੇ ਵੀ ਫੜ ਚੁੱਕਾ ਹੈਗਾ। ਹੁਣ ਜਿਹੜੀ ਕੱਲ੍ਹ ਮੀਟਿੰਗ ਹੋਈ ਹੈ 5ਵੇਂ ਗੇੜ ਦੀ ਕਿਸਾਨ ਧਿਰਾਂ ਦੇ ਨਾਲ ਸੈਂਟਰ ਗੌਰਮੈਂਟ ਨੇ ਦੇ ਵਜ਼ੀਰਾਂ ਨੇ ਕੀਤੀ ਹੈਗੀ ਹੈ, ਤਾਂ ਉਹਦੇ ਵਿੱਚ ਵੀ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸੈਂਟਰ ਗੌਰਮੈਂਟ ਅਜੇ ਵੀ ਜਿਹੜਾ ਉਹ ਦਰਵਾਜ਼ਾ ਹੈ ਖੇਤੀ ਵਾਲਾ, ਉਹ ਚਾਹੁੰਦੀ ਹੈ ਵੀ ਅੱਧ ਪਚੱਧਾ ਜਿਹੜਾ ਉਹ ਖੁੱਲ੍ਹਾ ਰਹਿ ਜੇ, ਤਾਂ ਕਿ ਉਹ ਉਨੀ ਕੁ ਬਿਰਲ ਥਾਈਂ ਜਿਹੜੇ ਕਾਰਪੋਰੇਟ ਹੈ ਉਹ ਖੇਤੀ 'ਚ ਐਂਟਰ ਕਰ ਸਕਣ। ਪਰ ਕਿਸਾਨ ਧਿਰਾਂ ਸਪਸ਼ਟ ਨੇ, ਉਹ ਕਹਿੰਦੇ ਕਿ ਨਹੀਂ, ਅਸੀਂ ਇਹ ਦਰਵਾਜ਼ਾ ਪੱਕੇ ਤੌਰ 'ਤੇ ਬੰਦ ਕਰਨਾ ਹੈ, ਕਿਉਂਕਿ ਇੱਕੋ ਤਾਂ ਕਿੱਤਾ ਹੈਗਾ ਜਿਹੜਾ ਅੰਨਦਾਤੇ ਨਾਲ ਜੁੜਿਆ ਹੋਇਆ ਹੈ ਜਾਂ ਲੋਕਾਂ ਦੀ ਰੋਜ਼ੀ ਰੋਟੀ ਨਾਲ ਜੁੜਿਆ ਹੋਇਆ ਹੈ। ਅਗਰ ਇਸ ਦੇ ਵਿੱਚ ਹੀ ਕਾਰਪੋਰੇਟ ਦਰਵਾਜ਼ੇ ਰਾਹੀਂ ਅੰਦਰ ਆ ਜਾਣਗੇ ਤਾਂ ਕਿਸਾਨ ਕਿੱਥੇ ਜਾਣਗੇ ਫਿਰ, ਜਾਂ ਦੂਸਰੇ ਤਬਕੇ ਜਿਹੜੇ ਡਿਪੈਂਡੈਂਟ ਨੇ ਉਹ ਕਿੱਥੇ ਜਾਣਗੇ। ਤਾਂ ਕੱਲ੍ਹ ਜਿਹੜੀ ਮੀਟਿੰਗ ਦੇ ਵਿੱਚ ਜ਼ਿਆਦਾ ਟਾਈਮ ਬਹਿਸ ਹੋਈ ਉੱਥੇ ਇਸ ਗੱਲ ਦੀ ਕਿ ਜਿਹੜੇ ਸਾਡੇ ਖੇਤੀ ਮੰਤਰੀ ਨੇ ਨਰਿੰਦਰ ਤੋਮਰ ਜੀ, ਉਹ ਇਸੇ ਗੱਲ 'ਤੇ ਜ਼ੋਰ ਦਿੰਦੇ ਰਹੇ ਕਿ ਤੁਸੀਂ ਜੀ ਆਪਣੀ ਇਸ 'ਤੇ ਆਪਾਂ ਡਿਸਕਸ ਹੋਰ ਕਰੀਏ ਹਜੇ। ਉਹਨਾਂ ਦੀ ਨੀਅਤ ਸੀ ਕਿ ਇਸ ਨੂੰ ਥੋੜ੍ਹਾ ਜਿਹਾ ਹੋਰ 1-2 ਮੀਟਿੰਗਾਂ ਕੀਤੀਆਂ ਜਾਣ, ਜਿਹਦੇ ਕਰਕੇ ਵਿੱਚ ਦੀ ਇੱਕ ਵਾਰੀ ਨੌਬਤ ਇਹ ਵੀ ਬਣ ਗਈ ਸੀ ਕਿ ਬਾਈਕਾਟ ਕਰ ਦਿੱਤਾ ਜਾਵੇ। ਤਾਂ ਕੁੱਲ ਮਿਲਾ ਕੇ ਉੱਥੋਂ ਬੇਸਿੱਟਾ ਜਿਹੜੀ ਅਗਲੀ ਇੱਕ ਤਰ੍ਹਾਂ ਦੀ ਮੀਟਿੰਗ ਦੀ ਤਿਆਰੀ ਦੇ ਵਾਅਦੇ ਨਾਲ ਉਹ ਮੀਟਿੰਗ ਖਤਮ ਹੋ ਗਈ ਹੈ। ਤਾਂ ਉਸ ਤੋਂ ਬਾਅਦ ਅੱਜ ਪਤਾ ਲੱਗਿਆ ਆਪਣੇ ਸੋਰਸ 'ਤੇ ਕਿ ਪ੍ਰਧਾਨ ਮੰਤਰੀ ਨੇ ਜਿਹੜੀਆਂ ਵਜ਼ੀਰਾਂ ਨਾਲ ਬਾਕੀ ਨਾਲ ਇਸ ਖੇਤੀ ਕਾਨੂੰਨਾਂ ਦੇ ਇਸ਼ੂ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਨੇ, ਕਿਉਂਕਿ ਕਿਸਾਨਾਂ ਨੇ ਇਹ ਗੱਲ ਕਿਹਾ ਕਿ ਸਾਨੂੰ 7 ਤਰੀਕ ਤੱਕ ਜਿਹੜੀ ਗੌਰਮੈਂਟ ਹੈ ਉਹ ਆਪਣਾ ਪੱਖ ਜਾਂ ਆਪਣਾ ਵਿਚਾਰ ਹੈ ਉਹ ਸਪਸ਼ਟ ਰੂਪ ਦੇ ਵਿੱਚ ਦੇ ਦੇਵੇ। ਤਾਂ ਸੈਂਟਰ ਗੌਰਮੈਂਟ ਤਾਂ ਹਜੇ ਦੁਬਿਧਾ ਦੇ ਵਿੱਚ ਹੈ ਨਰਿੰਦਰ, ਪਰ ਕਿਸਾਨ ਹੈ ਜਿਹੜੇ ਉਹ ਬਿਲਕੁਲ ਕਲੀਅਰ ਹੈਗੇ ਨੇ ਇਸ ਮਾਮਲੇ 'ਤੇ। ਨਹੀਂ, ਮੈਨੂੰ ਨਹੀਂ ਲੱਗਦਾ ਜੇ ਦੁਬਿਧਾ 'ਚ ਹੁੰਦੀ ਹੁਣ ਨੂੰ ਉਹਨੇ ਕੁਝ ਕਰ ਲੈਣਾ ਸੀਗਾ। ਉਹ ਲੱਗਦਾ ਉਹ ਵੀ ਅੜੀ ਹੋਈ ਹੈ ਵੀ ਅਸੀਂ ਵਾਪਸ ਨਹੀਂ ਲੈਣੇ ਇਹ,
ਤੇ ਉਧਰ ਕਿਸਾਨ ਆਪਣੇ ਜਿਹੜੇ ਹੱਕ ਨੇ, ਕਿਸਾਨਾਂ ਦਾ ਹੱਕ ਹੈ, ਉਹਦੀ ਜ਼ਿੱਦ ਹੈ। ਇਸ 'ਚ ਕੰਮ ਫਸਿਆ ਵਾ। ਮੈਨੂੰ ਲੱਗਦਾ ਵੀ ਸਰਕਾਰ ਨੂੰ ਥੋੜ੍ਹਾ ਜਿਹਾ ਇਸ ਬਾਰੇ ਸੋਚਣਾ ਚਾਹੀਦਾ, ਜ਼ਿੱਦ ਛੱਡ ਕੇ। ਹਾਂ ਬਿਲਕੁਲ, ਲੋਕ ਰਾਜ ਦੇ ਵਿੱਚ ਤਾਂ ਕਦੇ ਵੀ ਨਹੀਂ ਚੱਲਦਾ। ਇਹ ਕੋਈ ਇੰਡੀਵਿਜੂਅਲ ਘਰ ਦਾ ਮਾਮਲਾ ਥੋੜ੍ਹਾ ਹੀ ਹੈਗਾ ਜੀ। ਸਿਰਫ ਇਹ ਕਿ ਸੈਂਟਰ ਗਵਰਨਮੈਂਟ ਇੰਪਰੈਸ਼ਨ ਨਹੀਂ ਦੇਣਾ ਚਾਹੁੰਦੀ ਹਜੇ ਵੀ। ਇਹਨਾਂ ਥੱਲੇ ਆ ਕੇ ਵੀ ਹਜੇ ਵੀ ਉਹ ਚਾਹੁੰਦੀ ਹੈ ਕਿ ਸਾਡਾ ਜਿਹੜਾ ਵਕਾਰ ਹੈ ਉਸੇ ਤਰ੍ਹਾਂ ਬਣਿਆ ਰਹੇ। ਪਰ ਕਿਸਾਨਾਂ ਨੇ ਬਿਲਕੁਲ ਦੋ ਟੁਕ ਲਫ਼ਜ਼ਾਂ ਦੇ ਵਿੱਚ ਉਹਨਾਂ ਨੂੰ ਕੱਲ ਕਹਿ ਦਿੱਤਾ, ਜਿਸ ਤਰ੍ਹਾਂ ਬਹੁਤ ਸਾਰੇ ਅਖਬਾਰਾਂ ਦੀਆਂ ਹੈਡਲਾਈਨਸ ਉਹ ਬਣੀਆਂ ਨੇ ਕਿ ਜੈਸ ਔਰ ਨੋ, ਕਿ ਵਿਚਕਾਰ ਵਾਲਾ ਰਸਤਾ ਸਾਨੂੰ ਹੁਣ ਪ੍ਰਵਾਨ ਨਹੀਂ। ਔਰ ਵੱਡੀ ਗੱਲ ਨਰਿੰਦਰ ਇਹ ਹੈ ਕਿ ਜਿਹੜਾ ਉਹਨਾਂ ਨੇ ਕਿਸਾਨਾਂ ਨੇ ਇਹ ਕਹਿ ਦਿੱਤਾ ਕਿ ਸਾਡੀ ਇਹ ਆਖਰੀ ਮੀਟਿੰਗ ਹੋਏਗੀ। ਇਹਦੇ ਨਾਲ ਸੈਂਟਰ ਗਵਰਨਮੈਂਟ ਬਹੁਤ ਪ੍ਰੈਸ਼ਰ ਦੇ ਵਿੱਚ ਆਈ ਹੈ, ਕਿਉਂਕਿ ਉਸ ਤੋਂ ਬਾਅਦ ਤਾਂ ਇੱਕ ਤਰ੍ਹਾਂ ਦਾ ਰਸਤਾ ਹੀ ਬੰਦ ਹੋ ਗਿਆ। ਤਾਂ ਸੈਂਟਰ ਸਰਕਾਰ ਹੁਣ ਕੁਛ ਨਾ ਕੁਛ ਜ਼ਰੂਰ ਇਹਦੇ ਬਾਰੇ ਸੋਚੇਗੀ, ਕਿਉਂਕਿ ਜਿਸ ਤਰ੍ਹਾਂ ਹੁਣ ਕਿਹਾ ਜਾ ਰਿਹਾ ਹੈ ਕਿ ਇਹ ਕਿਸਾਨਾਂ ਦਾ ਘੋਲ ਨਹੀਂ ਰਿਹਾ। ਹੁਣ ਤਾਂ ਲੋਕ ਘੋਲ ਬਣ ਗਿਆ ਹੈਗਾ। ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਇਹਦਾ ਸਾਰਾ ਮੁਹਾਂਦਰਾ ਆ, ਇਹਦਾ ਖਾਸਾ ਦੇਖ ਰਹੇ ਹਾਂ ਘੋਲ ਦਾ ਆਪਾਂ। ਤਾਂ ਹੁਣ ਇਹ ਧਰਮਾਂ ਦੀ ਵਲਗਣ 'ਚੋਂ ਵੀ ਨਿਕਲ ਗਿਆ, ਜਾਤ ਪਾਤ ਦੀ ਵਲਗਣ ਦੇ ਵਿੱਚੋਂ ਵੀ ਨਿਕਲ ਗਿਆ, ਤੇ ਪਰਟੀਕੂਲਰ ਇੱਕ ਤਬਕੇ ਦੀ ਬਲਗਨ ਦੇ ਵਿੱਚੋਂ ਵੀ ਨਿਕਲ ਗਿਆ, ਔਰ ਸਾਡੇ ਦੇਸ਼ ਦੀਆਂ ਹੱਦਾਂ ਵੀ ਟੱਪ ਗਿਆ ਇੰਟਰਨੈਸ਼ਨਲ ਲੈਵਲ ਤੇ। ਜਿਸ ਤਰ੍ਹਾਂ ਯੂਨਾਈਟਿਡ ਨੇਸ਼ਨ ਦੇ ਵਿੱਚ ਇਹਦਾ ਨੋਟਿਸ ਲਿਆ ਗਿਆ ਹੈਗਾ, ਉਹਨਾਂ ਦੇ ਸੈਕਟਰੀ ਜਨਰਲ ਦਾ ਅੱਜ ਸਟੇਟਮੈਂਟ ਆਈ ਹੈਗੀ ਹੈ। ਦੂਸਰੇ ਕੰਟਰੀ ਹੈਗੇ ਨਿਊਜ਼ੀਲੈਂਡ ਦੇ ਵਿੱਚ ਬੜਾ ਭਾਰੀ ਪ੍ਰੋਟੈਸਟ ਹੋਇਆ ਹੈ। ਅੱਜ ਕੈਨੇਡਾ ਤੋਂ ਇੱਕ ਸੱਜਣ ਨੇ, ਨਵਕਰਨ ਸਿੱਧੂ, ਉਹਨਾਂ ਨੇ ਪੂਰੀ ਫੈਮਿਲੀ ਜਾਂ ਪੂਰੇ ਆਸੇ-ਪਾਸੇ ਲੋਕਾਂ ਨਾਲ ਇਕੱਠੇ ਮਿਲ ਕੇ ਪ੍ਰੋਟੈਸਟ ਕੀਤਾ। ਐਮਬੈਸੀਆਂ ਦੇ ਮੂਹਰੇ ਪ੍ਰੋਟੈਸਟ ਹੋ ਰਹੇ ਨੇ, ਅਮਰੀਕਾ 'ਚ ਹੋਇਆ, ਅਮਰੀਕਾ 'ਚ ਪ੍ਰੋਟੈਸਟ ਹੋ ਰਿਹਾ। ਮਤਲਬ ਤਕਰੀਬਨ ਡੇ ਬਾਈ ਡੇ ਜਿਹੜੇ ਸਾਡੇ ਇੰਡੀਅਨ ਲੋਕ ਉੱਥੇ ਵੱਸਦੇ ਨੇ, ਉਹ ਸਾਡੇ ਕਿਸਾਨਾਂ ਦੇ ਹੱਕ ਦੇ ਵਿੱਚ ਨਾਅਰਾ ਮਾਰਨ ਦੇ ਲਈ ਉੱਥੋਂ ਫਾਈਨੈਂਸ਼ੀਅਲੀ ਜਿਹੜੀ ਹੈਲਪ ਵੀ ਭੇਜ ਰਹੇ ਨੇ। ਜਿਸ ਤਰ੍ਹਾਂ ਉਹਨਾਂ ਨੇ ਗਿਰੀਆਂ ਬਦਾਮ ਕਿਸੇ ਅਮਰੀਕਾ ਦੇ ਬੰਦੇ ਨੇ ਉੱਥੇ ਭੇਜੇ ਹੈਗੇ ਨੇ ਇਕੱਠ ਦੇ ਵਿੱਚ, ਕਿਸਾਨਾਂ ਦੇ ਇਕੱਠ ਦੇ ਵਿੱਚ। ਇੰਟਰਨੈਸ਼ਨਲ ਲੈਵਲ 'ਤੇ ਇੱਕ ਬਹੁਤ ਵੱਡੀ ਸਪੋਰਟ ਹੈ ਜਿਹੜੀ ਉਹ ਕਿਸਾਨਾਂ ਨੂੰ ਮਿਲਣ ਲੱਗੀ ਹੈਗੀ ਹੈ। ਤਾਂ ਇਹ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਘੋਲ ਹੈ ਹੁਣ ਇਹ ਕਿਰਤੀ ਦਾ ਘੋਲ ਬਣ ਗਿਆ ਹੈਗਾ, ਕਿਉਂਕਿ ਖੇਤੀ ਕਾਨੂੰਨਾਂ ਨੇ ਇਕੱਲਾ ਕਿਸਾਨਾਂ ਨੂੰ ਤਾਂ ਸੱਟ ਮਾਰਨੀ ਨਹੀਂ, ਇਹਨਾਂ ਨੇ ਦੂਸਰੇ ਤਬਕੇ ਜਿਹੜੇ ਵੱਡੇ ਵਪਾਰੀ ਹੈ, ਜਿਹੜੇ ਟਰੇਡਰ ਹੈ, ਜਿਹੜੇ ਛੋਟੇ ਦੁਕਾਨਦਾਰ ਹੈ, ਇਸ ਕਰਕੇ ਸਾਰਾ ਤਬਕਾ ਨਾਲ ਜੁੜ ਗਿਆ। ਉਸ ਤੋਂ ਅੱਗੇ ਜਾ ਕੇ ਨਰਿੰਦਰ ਦੇਖੀਏ ਤਾਂ ਜਿਹੜੀ ਦਿੱਲੀ ਗਵਰਨਮੈਂਟ ਹੈਗੀ, ਦਿੱਲੀ ਦੇ ਲੋਕ ਹੈ, ਉਹ ਬੜੇ ਇਮੋਸ਼ਨਲੀ ਜੁੜ ਗਏ ਨੇ। ਬਹੁਤ ਸਾਰੀਆਂ ਫੈਮਲੀਆਂ ਇੱਦਾਂ ਆ ਰਹੀਆਂ ਕਿ ਅਸੀਂ ਆਪਣੇ ਬੱਚਿਆਂ ਨੂੰ, ਜਿਨ੍ਹਾਂ ਨੇ ਕਦੇ ਰੂਰਲ ਲਾਈਫ ਦੇਖੀ ਨਹੀਂ ਸੀ, ਉਹ ਕਿਸਾਨਾਂ ਨੂੰ ਦਿਖਾਉਣ ਆ ਰਹੇ ਨੇ ਕਿ ਦੇਖੋ ਕਿੱਦਾਂ ਸੰਘਰਸ਼ ਕਰ ਰਹੇ ਨੇ, ਕਿ ਸਾਡੇ ਬੱਚੇ ਇਹ ਤੋਂ ਕੁਝ ਸਿੱਖ ਸਕਣ। ਪਰ ਸੈਂਟਰ ਗਵਰਨਮੈਂਟ, ਤੁਹਾਡੀ ਗੱਲ ਠੀਕ ਹੈ ਕਿ ਵੀ ਹੁਣ ਦੋ ਕਿਸ਼ਤੀਆਂ ਦੀ ਸਵਾਰ ਹੋਈ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਨਰਿੰਦਰ, ਉਹ ਅਜੇ ਵੀ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਮਾੜਾ ਮੋਟਾ ਘੋਲ ਨੂੰ ਇੱਧਰ ਉੱਧਰ ਅਸੀਂ ਧਾਰ ਪੀੜੋ ਕਰ ਸਕਦੇ ਹੈਗੇ ਆ। ਕਿਉਂਕਿ ਸ਼ੁਰੂ ਤੋਂ ਜਿਹੜੀ ਸੈਂਟਰ ਗਵਰਨਮੈਂਟ ਦੀ ਨੀਤੀ ਰਹੀ ਹੈ ਇੱਕ, ਕਿ ਜੇ ਆਪਾਂ ਦੇਖੀ ਜਦੋਂ ਦੀ ਨਾਕੇ ਤੋੜੇ ਨੇ ਕਿਸਾਨਾਂ ਨੇ, ਪਹਿਲਾਂ ਡਰਾਉਣ ਦੀ ਕੋਸ਼ਿਸ਼ ਕੀਤੀ ਗਈ, ਉਸ ਤੋਂ ਬਾਅਦ ਚੱਲੀ ਕੇ ਭਰਮਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਜੀ ਇਹ ਤਾਂ ਗਰਮਦਲੀਆਂ ਦਾ ਇਕੱਠ ਹੈ। ਨੈਸ਼ਨਲ ਮੀਡੀਆ ਦੇ ਕੁਝ ਹਿੱਸੇ 'ਚ ਇੱਦਾਂ ਦੀਆਂ ਗੱਲਾਂ ਆਈਆਂ, ਤੇ ਹੁਣ ਆਪਾਂ ਕਹਿ ਲਈਏ ਕਿ ਇੱਕ ਤਰ੍ਹਾਂ ਦੀ ਹੰਭਾਉਣ ਦੀ, ਥਕਾਉਣ ਦੀ ਕੋਸ਼ਿਸ਼ ਕੀਤੀ ਜਾਏ। ਮੈਂ ਇਸ ਤੇ ਇੱਕ ਗੱਲ ਜੋੜੂੰਗਾ ਵੀ ਜਿਹੜਾ ਸਰਕਾਰ ਦਾ ਇਹ ਰਵੱਈਆ ਹੈ, ਇਹਦੇ ਕਰਕੇ ਜਿਹੜੇ ਕਿਸਾਨ ਹੈ ਜਾਂ ਮੀਟਿੰਗ ਹੁੰਦੀ ਹੈ, ਉਹ 'ਚ ਵੀ ਦੇਖਣ ਨੂੰ ਮਿਲਦਾ ਹੈ ਸਰਕਾਰ ਦੇ ਰਵੱਈਏ ਖਿਲਾਫ ਜਿਹੜਾ ਉਹਨਾਂ ਦੇ ਮਨ 'ਚ ਜਿਹੜੀ ਨਾਰਾਜ਼ਗੀ ਹੈ, ਉਹ ਮੌਨ ਵੀ ਧਾਰ ਲੈਂਦੇ ਨੇ, ਉਹ ਖਾਣਾ ਵੀ ਨਹੀਂ ਖਾਂਦੇ। ਇਹਦਾ ਕੀ ਪ੍ਰਭਾਵ ਦੇਣਾ ਚਾਹੁੰਦੇ ਨੇ ਕਿਸਾਨ? ਇਹਦਾ ਬੜਾ ਵੱਡਾ ਹਥਿਆਰ ਹੈ ਨਰਿੰਦਰ। ਪਰ ਮੈਂ ਉਸ ਤੋਂ ਪਹਿਲਾਂ ਥੋੜ੍ਹੀ ਜਿਹੀ ਮੇਰੀ ਗੱਲ, ਮੈਂ ਜਿਹੜੀ ਅਸਲੀ ਗੱਲ ਆਪਣੇ ਦਰਸ਼ਕਾਂ ਨਾਲ ਇੱਕ ਮੈਨੂੰ ਜਿਹੜੀ ਉੱਥੋਂ ਇੰਟਰਨਲੀ ਕੋਈ ਪਤਾ ਲੱਗੇ ਮੇਰੇ ਸੋਰਸ ਦੇ ਰਾਹੀਂ, ਉਹ ਵੀ ਸਾਂਝੀ ਕਰਨਾ ਚਾਹਣਾ, ਕਿਉਂਕਿ ਉਹ ਕਿਸੇ ਪੇਪਰ ਦੇ ਵਿੱਚ ਨਹੀਂ ਆਈ। ਕਿ ਜਿਹੜੀ ਅੱਜ ਦੀ ਡਿਵੈਲਪਮੈਂਟ ਹੋਈ ਹੈ ਨਰਿੰਦਰ, ਉਹਦੇ ਵਿੱਚ ਹੈ ਕਿ ਅਮਿਤ ਸ਼ਾਹ ਨੇ ਇੱਕ ਨਵੀਂ ਚਾਲ ਹੈ ਜਿਹੜੀ ਉਹ ਚੱਲੀ ਹੈਗੀ ਹੈ। ਉਹਨੇ ਕੀ ਕੀਤਾ ਕਿ ਕੁਝ ਜਿਹੜੀਆਂ ਕਿਸਾਨ ਧਿਰਾਂ ਦੇ ਨੇਤਾ ਨੇ, ਆਗੂ ਨੇ, ਉਹਨਾਂ ਕੋਲ ਇੱਕ ਗੱਲ ਪਹੁੰਚਦੀ ਕੀਤੀ ਹੈ ਕਿ ਜੀ ਤੁਸੀਂ ਇੱਦਾਂ ਕਰੋ, ਜਿਹੜੇ ਖਾਸ ਬੰਦੇ ਆ 5-7, ਉਹ ਸਾਡੇ ਨਾਲ ਮੀਟਿੰਗ ਕਰ ਲਓ, ਤੁਸੀਂ ਸਾਨੂੰ ਦੱਸ ਦਿਓ ਕਿ ਕਿੱਦਾਂ ਦੇ ਤੁਸੀਂ ਚਾਹੁੰਦੇ ਹੈਗੇ ਹੋ, ਤੇ ਅਸੀਂ ਉਦਾਂ ਹੀ ਕਰ ਦਾਂਗੇ ਜਿਸ ਤਰ੍ਹਾਂ ਤੁਸੀਂ ਚਾਹੋਗੇ। ਹੁਣ ਇਹਦੇ ਪਿੱਛੇ ਬੜੀ ਵੱਡੀ ਇੱਕ ਚਾਲ ਹੈਗੀ ਹੈ। ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਸ ਤਰ੍ਹਾਂ ਤੁਹਾਡੇ ਯਾਦ ਹੋਏਗਾ BM ਸਿੰਘ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਕਨਵੀਨਰ ਸੀ, BM ਸਿੰਘ ਜੀ ਨੇ ਕੋਵਿਡ ਵੇਲੇ ਕਿਹਾ ਸੀ ਕਿ ਘਰਾਂ 'ਚ ਬੈਠੋ, ਦਿੱਲੀ ਨਾ ਆਓ, ਤੇ ਸ਼ੈਟੀ ਸੀ UP ਵਾਲਾ, ਉਹਨਾਂ ਨੂੰ ਵੀ ਇਦਾਂ ਹੀ ਉਹਨਾਂ ਦਾ ਕਿਰਦਾਰ ਸ਼ੱਕੀ ਕਰਕੇ ਆਊਟ ਹੋਣਾ ਪਿਆ ਉਹਨਾਂ ਨੂੰ। ਫਿਰ ਹੁਣ ਉਹੀ ਪਾਲਿਸੀ ਦੂਸਰੇ ਕਿਸਾਨਾਂ ਤੇ ਖੇਡੀ ਜਾ ਰਹੀ ਹੈ।
ਨੀਤੀ ਖੇਡੀ ਜਾ ਰਹੀ ਇਹ ਹੈ। ਤਾਂ ਉਹਨਾਂ ਨੇ ਸਟਾਰਟਿੰਗ 'ਚ ਹੀ ਕੀਤਾ ਸੀ, ਜਿਹਦਾ ਕਿਸਾਨਾਂ ਨੇ ਵੀ ਵਿਰੋਧ ਕੀਤਾ ਸੀ ਬਿਲਕੁਲ। ਬਈ ਤੁਸੀਂ 4-5 ਨਹੀਂ, ਜਿਹੜੇ 40 ਦੇ ਹੈ 45 ਇੰਚ ਸਾਰਿਆਂ ਨੂੰ ਬੁਲਾਓ। ਆਹੀ ਫੇਰ ਨੀਤੀ ਦੁਬਾਰਾ ਫਿਰ ਉਤੇ ਜ਼ੋਰ ਪਾਇਆ ਜਾ ਰਿਹਾ। ਬਸ ਨਰਿੰਦਰ ਨੂੰ ਤਾਂ ਅਸਲ 'ਚ ਇਹ ਹੈ ਵੀ ਉਹ ਸੰਨ ਲਾਉਣ ਦੀ ਕੋਸ਼ਿਸ਼ ਕਰਦੇ ਆ ਕਿ ਯੂਨਿਟੀ ਹੈ ਜਿਹੜੀ ਕਿਸਾਨ ਆਗੂਆਂ ਦੀ ਜਾਂ ਕਿਸਾਨ ਧਿਰਾਂ ਦੀ, ਉਹਨੂੰ ਤੋੜਿਆ ਜਾਵੇ। ਤਾਂ ਉਹਨਾਂ ਨੇ ਕਿਹਾ ਕਿ 5-7 ਬੰਦੇ ਤੁਸੀਂ ਆਓ ਜੀ, ਸਾਨੂੰ ਇੱਕ ਆਪਣਾ ਖਾਕਾ ਬਾਹ ਕੇ ਦਿਓ ਤੇ ਅਸੀਂ ਉਦਾਂ ਹੀ ਕਾਨੂੰਨ ਬਣਾ ਦੇਵਾਂਗੇ। ਤਾਂ ਉਹਨਾਂ ਦੀ ਨੀਅਤ ਪਿੱਛੇ ਇਹ ਹੈ ਨਰਿੰਦਰ, ਉਹਨਾਂ ਨੂੰ ਇਹ ਲੱਗਦਾ ਕਿ ਜਦੋਂ ਇਹ ਲੋਕ ਆਉਣਗੇ ਤਾਂ ਗੱਲ ਆਊਟ ਹੋ ਜਾਏਗੀ। ਗੱਲ ਆਊਟ ਹੋਏਗੀ ਤਾਂ ਉਹਨਾਂ ਲੋਕਾਂ ਦਾ, ਆਗੂਆਂ ਦਾ ਜਿਹੜਾ ਕਿਰਦਾਰ ਹੈ ਉਹ ਸ਼ੱਕੀ ਬਣ ਜਾਏਗਾ। ਤਾਂ ਇਹਦੇ ਨਾਲ ਸਾਨੂੰ ਕਿਉਂਕਿ ਇੱਕ ਬੇਭਰੋਸਗੀ ਜਿਹੜੀ ਲੋਕਾਂ ਦੀ ਆਪਦੇ ਆਗੂਆਂ 'ਚ, ਲੀਡਰਾਂ 'ਚ ਪੈਦਾ ਹੋਊ, ਇੱਕ ਖੱਪਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪਰ ਉਹ ਕਿਸਾਨ ਆਗੂ ਮੈਨੂੰ ਲੱਗਦਾ ਹੈ ਜਿੰਨੇ ਕੁ ਹੁਣ ਤੱਕ ਸਿਆਣਪਣਾ ਚੱਲ ਰਹੇ ਹੈ, ਕਿਸੇ ਵੀ ਚਾਲ 'ਚ ਇਦਾਂ 'ਚ ਫਸਦੇ ਨਜ਼ਰ ਨਹੀਂ ਆਉਂਦੇ। ਕਿਉਂਕਿ ਕਿਸਾਨਾਂ ਤੇ ਇਸ ਵੇਲੇ ਨਰਿੰਦਰ ਲੋਕ ਰੱਬ ਵਰਗਾ ਭਰੋਸਾ ਕਰਦੇ ਨੇ, ਕਿਸਾਨ ਆਗੂਆਂ ਤੇ ਉਹਨਾਂ ਦੀ ਇਹ ਭਰੋਸਾ, ਜਿੰਨਾ ਭਰੋਸਾ ਵੱਧ ਰਿਹਾ ਹੈ ਉਨੀ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਉਹ ਵੱਧ ਰਹੀ ਹੈ। ਕਿਸਾਨ ਧਿਰਾਂ ਦੇ 'ਚ ਲੱਖ ਵਖਰੇਵੇਂ ਹੋਣ, ਪਰ ਅੱਜ ਦੀ ਘੜੀ ਉਹ ਕਿਸਾਨਾਂ ਦੇ, ਸਾਰੇ ਦੇਸ਼ ਦੇ ਲੋਕਾਂ ਦੇ ਜਿਹੜੇ ਭਾਵਨਾਵਾਂ ਦੀ ਤਰਜਮਾਨੀ ਕਰਦੇ ਨੇ। ਤੇ ਮੈਨੂੰ ਨਹੀਂ ਲੱਗਦਾ ਕਿ ਸੈਂਟਰ ਦੀ ਉਹ ਕਿਸੇ ਚਾਲ 'ਚ ਫਸਣਗੇ। ਜਿਹੜੀ ਦੂਸਰੀ ਗੱਲ ਤੁਸੀਂ ਕਿਹਾ ਕਿ ਮੌਨ ਵਰਤ ਉਹਨਾਂ ਨੇ ਮੀਟਿੰਗ ਦੇ ਵਿੱਚ ਰੱਖਿਆ ਜਾਂ ਉਹਨਾਂ ਦੇ ਹੁੱਕਾ ਪਾਣੀ ਦੀ ਗੱਲ ਕੀਤੀ ਹੈਗੀ ਹੈ, ਦੇਖੋ ਉਸ ਮੀਟਿੰਗ ਦੇ ਵਿੱਚ ਜਿੰਨੀ ਕੁ ਸਾਨੂੰ ਸੂਚਨਾ ਮਿਲੀ ਹੈ ਅਖਬਾਰਾਂ ਰਾਹੀਂ ਜਾਂ ਪਤਾ ਲੱਗਿਆ ਹੈ ਆਪਣੇ ਸਰੋਤਾਂ ਤੋਂ, ਕਿ ਉਹਨਾਂ ਨੇ ਪਹਿਲਾਂ 4 ਮੀਟਿੰਗਾਂ ਜਿਹੜੀਆਂ ਹੋਈਆਂ ਨੇ, ਜਦੋਂ ਸੈਂਟਰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਹਨਾਂ ਨੇ ਆਪਣੇ ਤੌਖਲੇ ਕਿਸਾਨਾਂ ਨੇ ਦੱਸੇ ਨੇ ਔਰ ਮੰਗ ਕੀਤੀ ਹੈ ਕਿ ਇਹਨਾਂ ਖੇਤੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਖਾਰਜ ਕੀਤਾ ਜਾਵੇ। ਇਸ ਤੋਂ ਘੱਟ ਸਾਨੂੰ ਕੁਝ ਵੀ ਪ੍ਰਵਾਨਗੀ ਨਹੀਂ ਹੋਏਗਾ। ਫਿਰ ਵੀ ਵਾਰ-ਵਾਰ ਕੱਲ ਤੋਮਰ ਕਹਿ ਰਹੇ ਸੀਗੇ ਕਿ ਜੀ ਤੁਸੀਂ ਆਪਾਂ ਹੋਰ ਡਿਸਕਸ ਕਰ ਲੈਂਦੇ ਹਾਂ। ਤਾਂ ਉਹਨਾਂ ਦਾ ਪ੍ਰੈਸ ਕਾਨਫਰੰਸ, ਉਹਨਾਂ ਦਾ ਜਿਹੜਾ ਜੈਸਚਰ ਸੀਗਾ ਉਹ ਵੀ ਬੜਾ ਅਜੀਬ ਜਿਹਾ ਸੀ, ਥੋੜਾ ਹੈਂਕੜ ਭੜਿਆ ਜਿਹਾ ਲੱਗ ਰਿਹਾ ਸੀ। ਬਿਲਕੁਲ, ਹਜੇ ਹੱਠ ਉਹਨਾਂ ਨੇ ਆਪਣੀ ਜਿਹੜੀ ਤਿਆਗੀ ਨਹੀਂ ਹੈਗੀ ਹੈ। ਉਹਨਾਂ ਨੂੰ ਲੱਗਦਾ ਸੀ ਕਿ ਹੋਰ ਡਿਸਕਸ ਕਰੋ ਜੀ, ਹੋਰ ਸਾਡੇ ਕੋਲੇ ਨੁਕਤੇ ਦਿਓ, ਕੋਈ ਹੋਰ ਵਿੱਚ ਵਿਚਾਲੇ ਵਾਲਾ ਰਾਹ ਦੱਸ ਦਿਓ। ਤਾਂ ਜਦੋਂ ਇਹਨਾਂ ਨੂੰ ਲੱਗਦਾ ਕਿ ਇੰਨਾ ਬੋਲ ਕੇ ਅਸੀਂ ਸਾਰਾ ਕੁਝ ਦੱਸਦੇ ਤੇ ਫਿਰ ਉਹ ਹੱਠ ਫੜੀ ਬੈਠੇ ਨੇ, ਤਾਂ ਇਹਨਾਂ ਨੇ ਫਿਰ ਉਹ ਹਥਿਆਰ ਜਿਹੜਾ ਮੌਨ ਵਰਤ ਵਾਲਾ 30 ਮਿੰਟੀ ਵਰਤ ਸੀ ਜਿਹੜਾ, ਉਹ ਯੂਜ਼ ਕੀਤਾ। ਫਿਰ ਉਹਨਾਂ ਨੂੰ ਲੱਗਿਆ ਕਿ ਵੀ ਇਹ ਗੜਬੜ ਹੋ ਰਹੀ ਹੈ, ਕਿ ਗੱਲ ਲੀਹ ਤੋਂ ਲੈ ਸਕਦੀ ਹੈਗੀ ਹੈ। ਫਿਰ ਉਹਨਾਂ ਨੇ ਕਿਹਾ ਕਿ ਜੈਸ ਔਰ ਨੋ ਵਾਲਾ ਫੈਸਲਾ ਪੈਂਤੜਾ ਮੌਕੇ ਤੇ ਲਿਆ ਸਾਰਿਆਂ ਨੇ ਰਾਏ ਕਰਕੇ। ਤੇ ਇਸ ਤਰ੍ਹਾਂ ਇੱਕ ਵਾਰੀ ਨੌਬਤ ਬਾਈਕਾਟ ਦੀ ਵੀ ਬਣ ਗਈ ਸੀ ਮੀਟਿੰਗ 'ਚ ਗੱਲ। ਪਰ ਕਿਸਾਨਾਂ ਨੇ ਲੱਗਿਆ ਕਿ ਜੇ ਬਾਈਕਾਟ ਕਰਦੇ ਆ ਤਾਂ ਇੱਕ ਤਰ੍ਹਾਂ ਦਾ ਗੱਲਬਾਤ ਦਾ ਜਿਹੜਾ ਰਾਹ ਹੈ ਉਹ ਟੁੱਟ ਜਾਏਗਾ, ਕਲੋਜ਼ ਹੋਏਗਾ, ਤੇ ਇਹ ਜਿਹੜੀ ਗਵਰਨਮੈਂਟ ਹੈ, ਸੱਤਾ ਹੈ, ਇਸ ਨੂੰ ਜਿਹੜਾ ਆਪਣੇ ਪਾਲੇ ਲਈ ਵਰਤ ਸਕਦੀ ਹੈਗੀ ਹੈ। ਤਾਂ ਉਹ ਫਿਰ ਉਸ ਤੇ ਨਹੀਂ। ਦੂਸਰੀ ਗੱਲ ਹੈ ਜਿਹੜੀ ਹੁੱਕਾ ਪਾਣੀ ਵਾਲੀ ਹੈ, ਕਿ ਨਾਰਮਲੀ ਇਹ ਹੁੰਦਾ ਕਿ ਜਦੋਂ ਨਰਿੰਦਰ 1 ਤਰੀਕ ਸੀਗੀ, 1 ਦਸੰਬਰ ਸੀ, ਤਾਂ ਜਿਹੜੀ ਉਹ ਮੀਟਿੰਗ ਹੋਈ ਸੀ ਉਹ 'ਚ ਸੈਕੰਡ ਡੇ ਅਖਬਾਰਾਂ ਦੇ ਵਿੱਚ ਇਹ ਪ੍ਰਚਾਰ ਕੀਤਾ ਸੈਂਟਰ ਗਵਰਨਮੈਂਟ ਨੇ ਕਿ ਅਸੀਂ ਕਿਸਾਨਾਂ ਦੀ ਜੀ ਖੂਬ ਖਾਤਰਦਾਰੀ ਕੀਤੀ, ਉਹਨਾਂ ਨੂੰ ਲੰਚ ਦਿੱਤਾ। ਤਾਂ ਕਿਸਾਨ ਧਿਰਾਂ ਇਸ ਗੱਲ ਤੇ ਬਹੁਤ ਔਖੀਆਂ ਸੀ ਕਿ ਤੁਸੀਂ ਅੰਨ ਪਾਣੀ ਦੇਣ ਵਾਲੇ ਕੌਣ ਹੁੰਦੇ ਹੋ? ਅੰਨ ਪਾਣੀ ਦੇਣ ਵਾਲੇ ਤਾਂ ਉੱਥੇ ਸਿੰਘੂ ਬਾਰਡਰ ਤੇ ਬੈਠੇ ਨੇ, ਟਿਕਰੀ ਬਾਰਡਰ ਤੇ ਬੈਠੇ ਨੇ। ਅੰਨਦਾਤਾ ਸਭ ਨੂੰ ਖਿਲਾਉਂਦਾ ਹੈਗਾ, ਤੁਸੀਂ ਕੌਣ ਹੁੰਦੇ ਅੰਨਦਾਤੇ ਨੂੰ ਖਿਲਾਉਣ ਵਾਲੇ? ਇਹ ਲੋਕਾਂ ਦਾ ਪੈਸਾ ਜਿਹਦੇ ਨਾਲ ਦਿੱਤਾ ਸੀ ਤੁਸੀਂ ਲੰਚ ਸਾਨੂੰ। ਤਾਂ ਉਹਨਾਂ ਨੇ ਉਸ ਤੋਂ ਬਾਅਦ ਹੀ ਤੁਸੀਂ ਨੋਟ ਕੀਤਾ ਹੋਏਗਾ ਕਿ ਆਪਣਾ ਪੈਂਤੜਾ ਜਿਹਾ ਚੇਂਜ ਕਰ ਲਿਆ। ਉਹਨਾਂ ਦੀ ਚਾਹ ਵੀ ਨਹੀਂ ਕਬੂਲੀ, ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਲੰਚ ਹੈ ਉਹ ਵੀ ਨਹੀਂ ਕਬੂਲਿਆ। ਆਪਣੇ ਜਿਹੜੇ ਕਿਸਾਨ ਧਿਰ ਆਪਣੇ ਲੰਗਰ ਦੇ ਵਿੱਚ ਉੱਥੇ ਫੁਲਕਾ ਪਾਣੀ ਲੈ ਕੇ ਗਏ ਨੇ। ਤਾਂ ਉਹਨਾਂ ਨੇ ਦਿਖਾਇਆ ਕਿ ਇੱਕ ਇੰਡੀਕੇਟ ਕੀਤਾ ਸੀ ਕਿ ਜਿੰਨਾ ਚਿਰ ਸਾਡੇ ਨਾਲ ਸਾਡਾ ਕੋਈ ਮੰਗ ਨਹੀਂ ਮੰਨੀ ਜਾਂਦੀ, ਤੁਹਾਡੇ ਨਾਲ ਅਸੀਂ ਕਿਸੇ ਕਿਸਮ ਦਾ ਕੋਈ ਮੇਲ ਜੋਲ ਨਹੀਂ ਰੱਖਾਂਗੇ। ਔਰ ਇਹ ਪੈਂਤੜਾ ਜਿਹੜਾ ਸੈਂਟਰ ਨੂੰ ਮੋਰਲੀ ਤੌਰ ਤੇ ਕਾਫੀ ਡਾਊਨ ਕਰਨ ਦੇ ਵਿੱਚ ਕਾਮਯਾਬ ਵੀ ਆਇਆ। ਮੌਨ ਵਰਤ ਨੇ ਵੀ ਜਿਹੜਾ ਚੰਗਾ ਰੰਗ ਦਿਖਾਇਆ ਔਰ ਸੈਂਟਰ ਕਾਫੀ ਬੈਕਫੁੱਟ ਤੇ ਹੋਈ ਇਹਦੇ ਨਾਲ। ਤੇ ਹੁਣ ਇੱਕ ਆਉਂਦੀ ਹੈ ਗੱਲ 9 ਤਰੀਕ ਦੀ। ਹੁਣ 9 ਤਰੀਕ ਨੂੰ ਕੀ ਭਵਿੱਖ ਹੋਊਗਾ ਇਸ ਸਾਰੇ ਮਸਲੇ ਦਾ? ਦੇਖੋ ਨਰਿੰਦਰ, ਵੈਸੇ ਤਾਂ ਪਹਿਲਾਂ ਕੁਝ ਵੀ ਨਹੀਂ ਕਿਹਾ ਜਾ ਸਕਦਾ, ਪਰ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਉਸ ਤੋਂ ਕੁਝ ਆਪਾਂ ਅੰਦਾਜ਼ੇ ਲਗਾ ਸਕਦੇ ਹੈਗੇ ਆ। ਹੁਣ ਕੱਲ ਨੂੰ ਇਹਨਾਂ ਨੂੰ ਜਿਹੜਾ ਹੈਗਾ ਦੇਣਾ ਹੈਗਾ, ਸੈਂਟਰ ਗਵਰਨਮੈਂਟ ਨੇ ਆਪਣੀ ਪ੍ਰਪੋਜ਼ਲ ਕਹਿ ਲਓ, ਜਾਂ ਅਸੀਂ ਕਿੰਨੀ ਕੁ ਉਹ ਸੈਂਟਰ ਕੀ ਚਾਹੁੰਦਾ ਹੈ, ਆਪਣੀ ਜਿਹੜੀ ਮਨ ਦੀ ਗੱਲ ਕੱਲ ਨੂੰ ਕਿਸਾਨਾਂ ਕੋਲ ਸੈਂਟਰ ਖੋਲ੍ਹ ਕੇ ਰੱਖੂਗਾ। ਉਸ ਤੋਂ ਪਤਾ ਲੱਗੇਗਾ ਕਿ ਅੱਗੇ ਇਸ ਸੰਘਰਸ਼ ਦਾ ਕੀ ਭਵਿੱਖ ਹੋਏਗਾ ਔਰ ਸੈਂਟਰ ਇਹ ਕਾਨੂੰਨਾਂ ਨੂੰ ਵਾਪਸ ਲਏਗਾ ਜਾਂ ਨਹੀਂ ਲਏਗਾ। ਇਹ ਵੀ ਹੋ ਸਕਦਾ ਹੈ ਕਿ ਜਿਹੜਾ MSP ਨਾਲ ਜੁੜਾ ਹੋਇਆ ਕਾਨੂੰਨ ਹੈ ਇੱਕ, ਉਸ ਨੂੰ ਬਸ ਸੈਂਟਰ ਗਵਰਨਮੈਂਟ ਵਾਪਸ ਲੈ ਲਵੇ ਔਰ ਜਿਹੜੇ ਦੂਸਰੇ 2 ਕਾਨੂੰਨ ਹੈ ਉਹਨਾਂ ਦੇ ਵਿੱਚ ਥੋੜ੍ਹੀ ਬਹੁਤੀ ਅਮੈਂਡਮੈਂਟ ਕਰ ਦੇਵੇ। ਪਰ ਕਿਸਾਨ ਇਸ ਗੱਲ ਲਈ, ਕਿਸਾਨ ਧਿਰਾਂ ਜਿਹੜੀਆਂ ਉਹ ਬਿਲਕੁਲ ਸਪਸ਼ਟ ਨੇ। ਉਹ ਕਹਿੰਦੇ ਕਿ ਸਾਨੂੰ ਇਸ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੈਗਾ, ਤੇ ਜੇ ਉਹ ਇਸ ਕਿਸਮ ਦਾ ਲੈ ਕੇ ਵੀ ਆਉਣਗੇ ਤਾਂ ਕਿਸਾਨ ਧਿਰਾਂ ਨੇ ਰੱਦ ਕਰ ਦੇਣਾ ਹੈਗਾ। ਕਿਸਾਨ ਧਿਰਾਂ ਤਾਂ ਇਹੀ ਕਹਿ ਰਹੀਆਂ ਨੇ, ਜਥੇਬੰਦੀਆਂ ਜਿੰਨੀਆਂ ਹੈਗੀਆਂ ਨੇ ਸਾਂਝੇ ਤੌਰ ਦੇ ਉੱਪਰ, ਕਿ ਤੁਸੀਂ ਇਹਨਾਂ 3 ਕਾਨੂੰਨਾਂ ਨੂੰ ਵਾਪਸ ਲਓ। ਅਗਰ ਤੁਸੀਂ ਕਿਸਾਨਾਂ ਦਾ ਭਲਾ ਚਾਹੁੰਦੇ ਹੋ, ਤੁਸੀਂ ਨਵਾਂ ਬਿੱਲ ਲੈ ਕੇ ਆਓ,
ਉਸ ਨੂੰ ਪਹਿਲਾਂ ਪਬਲਿਕ ਡਿਬੇਟ ਦੇ ਵਿੱਚ ਲੈ ਕੇ ਆਓ। ਉਸ ਤੋਂ ਬਾਅਦ ਜੇ ਪਬਲਿਕ ਦੇ ਹੱਕ ਦੇ ਵਿੱਚ ਹੋਏਗਾ, ਉਸ ਤੋਂ ਬਾਅਦ ਕੋਈ ਅਗਲਾ ਕਾਨੂੰਨ ਤੁਸੀਂ ਬਣਾ ਸਕਦੇ ਹੈਗੇ ਹੋ। ਤੇ ਕਿਉਂਕਿ ਕਿਸਾਨ ਤਾਂ ਇਹ ਚੀਜ਼ ਹੁਣ ਏਡੀ ਕੋਈ ਦਿੱਕਤ ਨਹੀਂ, ਜਿਸ ਤਰ੍ਹਾਂ ਦਾ ਹੁੰਗਾਰਾ ਮਿਲ ਰਿਹਾ ਹੈ ਪੂਰੇ ਅੰਦੋਲਨ ਨੂੰ, ਤੇ ਪਲੱਸ ਇਹ ਜਿਹੜੀ ਕੰਮ ਦੀ ਰੁੱਤ ਵੀ ਨਹੀਂ ਨਰਿੰਦਰ ਇਹਨਾਂ ਦਿਨਾਂ 'ਚ, ਕਣਕਾਂ ਨੂੰ ਪਾਣੀ ਲੱਗ ਰਿਹਾ, ਕਿਸਾਨ ਵਿਹਲੇ ਵੀ ਹੈਗੇ ਨੇ, ਔਰ ਲਾਮਬੰਦੀ ਵੀ ਹੋ ਰਹੀ ਹੈ। ਜੇ ਲੋਕ ਡੇ ਬਾਈ ਡੇ ਨਾਲ ਜੁੜ ਰਹੇ ਨੇ ਤੇ ਉਹਨਾਂ ਨੂੰ ਕਿਤੇ ਨਹੀਂ ਲੱਗਦਾ ਕਿ ਜੇ ਲੰਬਾ ਵੀ ਖਿੱਚਿਆ ਜਾਏਗਾ, ਜਿਸ ਤਰ੍ਹਾਂ ਸੈਂਟਰ ਸੋਚਦਾ ਹੈ ਨਾ ਕਿ ਜੇ ਅੰਦੋਲਨ ਲੰਬਾ ਹੋਏਗਾ ਤੇ ਲੋਕ ਥੜਕ ਜਾਣਗੇ। ਪਰ ਅਸੀਂ ਜਿੰਨਾ ਦੇਖ ਰਹੇ ਹਾਂ ਕਿ ਡੇ ਬਾਈ ਡੇ ਰੋਜ਼ ਆ ਜਿਹੜੇ ਲੋਕ ਨਵੇਂ ਜੁੜ ਰਹੇ ਨੇ। ਵਿਦੇਸ਼ਾਂ 'ਚ ਕਿੰਨੀ ਸਾਡੀ ਥੂ ਸਾਡੀ ਗਵਰਨਮੈਂਟ ਦੀ ਹੋ ਰਹੀ ਹੈ, ਕਿੰਨੇ ਪ੍ਰੋਟੈਸਟ ਹੋ ਰਹੇ ਨੇ। ਤਾਂ ਦੂਜੇ ਪਾਸੇ ਜਿਹੜੇ ਸਾਡੇ ਸਟੇਟ ਵਾਲੇ ਨੇ ਉਹ ਆਪਣਾ ਬਾਜਾ ਵਜਾਉਣ ਤੇ ਲੱਗੇ ਹੋਏ ਨੇ। ਦੇਖੋ ਅੰਦੋਲਨ ਸਾਰੀਆਂ ਕੰਧਾਂ ਤੋੜ ਕੇ ਇਹਨਾਂ ਬਾਈਡਨ 'ਚ ਚਲਾ ਗਿਆ ਹੈਗਾ, ਪਰ ਸਾਡੇ ਜਿਹੜੇ ਨੇਤਾ ਹੈਗੇ ਨੇ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੈ, ਚਾਹੇ ਸੁਖਬੀਰ ਸਿੰਘ ਬਾਦਲ ਹੈ, ਤੇ ਚਾਹੇ ਆਮ ਆਦਮੀ ਪਾਰਟੀ ਵਾਲੇ ਹੈ, ਉਹ ਇੱਕ ਦੂਜੇ ਤੇ ਮਿਹਣੋ ਮਿਹਣੀ ਹੋਈ ਜਾਂਦੇ ਨੇ। ਉਹਨਾਂ ਨੂੰ ਲੱਗਦਾ ਕਿ ਅਸੀਂ ਇਸ ਰੇਸ ਦੇ ਵਿੱਚ ਪਛੜ ਨਾ ਜਾਈਏ। ਉਹ ਇਹਦੇ ਵਿੱਚੋਂ ਵੋਟ ਬੈਂਕ ਤਲਾਸ਼ੀ ਜਾਂਦੇ ਆ ਕਿਸਾਨਾਂ ਦੇ ਵਿੱਚੋਂ। ਵੱਡੇ ਬਾਦਲ ਸਾਹਿਬ ਨੂੰ ਲੱਗਦਾ ਕਿ ਮੈਂ ਆਪਣਾ ਜਿਹੜਾ ਹੈਗਾ ਅਵਾਰਡ ਵਾਪਸ ਕਰਤਾ, ਸ਼ਾਇਦ ਮੇਰਾ ਉਹਦੇ ਨਾਲ ਹੀ ਸਾਡੀ ਜਿਹੜੀ ਪਾਰਟੀ ਨੂੰ ਹੁੰਗਾਰਾ ਮਿਲ ਜੇ। ਆਪ ਵਾਲੇ ਆਪਣੇ ਤਰੀਕੇ ਨਾਲ ਕਨਵਿੰਸ ਕਰਨੇ ਲੱਗੇ ਹੋਏ ਨੇ। ਇੱਕ ਇਕੱਲਾ ਕਿਸਾਨ ਹੈ ਜਾਂ ਲੋਕ ਹੈ ਜਿਹੜੇ ਇਸ ਮਸਲੇ ਤੇ ਸਿੰਸੀਅਰ ਹੈ। ਬਾਕੀ ਸਾਰੀਆਂ ਪਾਰਟੀਆਂ ਇਸ ਘੋਲ ਦੇ ਵਿੱਚੋਂ ਸਿਆਸੀ ਫਾਇਦਾ ਜ਼ਿਆਦਾ ਦੇਖ ਰਹੀਆਂ ਨੇ। ਜਿਹੜੀ ਇਮੋਸ਼ਨਲ ਤੁਹਾਡੀ ਹਮਦਰਦੀ ਹੁੰਦੀ ਹੈ ਉਹ ਘੱਟ ਹੈ। ਬਹੁਤ ਬਹੁਤ ਸ਼ੁਕਰੀਆ। ਤੁਸੀਂ ਸੁਣਿਆ ਭੁੱਲਰ ਸਾਹਿਬ ਦੇ ਵਿਚਾਰ। ਮੈਂ ਇਹ ਕਹਿ ਕੇ ਗੱਲ ਸਮਾਪਤ ਕਰੂੰਗਾ ਕਿ ਇੰਡੀਆ ਜਿੰਨਾ ਮਰਜ਼ੀ ਡਿਜੀਟਲ ਹੋ ਜੇ, ਗੂਗਲ ਤੋਂ ਰੋਟੀ ਡਾਊਨਲੋਡ ਨਹੀਂ ਹੋਏਗੀ। ਧੰਨਵਾਦ।